ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਗਵਰਨਮੈਂਟ ਆਫ ਇੰਡੀਆ ਵੱਲੋਂ NTRO ਵੱਲੋਂ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਆਲ ਇੰਡੀਆ ਬੇਸਿਸ ਤੇ ਇੱਕ ਭਰਤੀ ਆਈ ਹੈ ਦੋਸਤੋ, ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਪੋਸਟਾਂ। ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਆਨਲਾਈਨ ਅਪਲਾਈ ਕਰਨ ਦੀ ਸਟਾਰਟਿੰਗ ਡੇਟ ਆ ਜਿਹੜੀ ਉਹ 31/12/2022 ਤੋਂ ਸਟਾਰਟ ਹੋਣਾ ਸਵੇਰੇ 10 ਵਜੇ ਤੋਂ। ਕਲੋਜ਼ਿੰਗ ਡੇਟ ਜਿਹੜੀ 21 ਜਨਵਰੀ 2023 ਸ਼ਾਮ 5 ਵਜੇ ਤੱਕ ਦੀ ਹੈ ਜੀ। ਤੇ ਇਹ ਦੋਸਤੋ ਫਾਰਮ ਜਿਹੜੇ ਭਰਵਾਏ ਜਾਣੇ ਨਾਈਲੈਟ ਦੇ ਥਰੂ ਭਰੇ ਜਾਣੇ ਆ। ਨਾਈਲੈਟ ਦਾ ਤੁਸੀਂ ਸੁਣਿਆ ਹੀ ਹੋਣਾ, ਜਿਹੜੇ ਪੰਜਾਬ ਦੇ ਐਸਪੀਰੈਂਟਸ ਆ ਉਹਨਾਂ ਨੂੰ ਪਤਾ। ਤੇ ਨਾਈਲੈਟ ਵੱਲੋਂ ਆਨਲਾਈਨ ਐਪਲੀਕੇਸ਼ਨ ਜਿਹੜੇ ਫਿਲ ਕਰਵਾਏ ਜਾਣੇ ਆ NTRO ਦੇ ਲਈ, ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਫਰੋਮ ਇੰਡੀਅਨ ਨੈਸ਼ਨਲਸ ਫॉर ਡਾਇਰੈਕਟ ਰਿਕਰੂਟਮੈਂਟ ਫॉर ਦ ਪੋਸਟ ਆਫ ਐਵੀਏਟਰ 2। ਠੀਕ ਹੈ ਜੀ। ਤਾਂ ਇੱਕ ਤਾਂ ਐਵੀਏਟਰ ਦੀ ਪੋਸਟ ਹੈ ਇਹਦੇ ਵਿੱਚ, ਇੱਕ ਟੈਕਨੀਕਲ ਅਸਿਸਟੈਂਟ ਦੀ ਪੋਸਟ ਹੈ। ਤੇ ਜੇ ਸਭ ਤੋਂ ਪਹਿਲਾਂ ਐਵੀਏਟਰ ਦੀ ਗੱਲ ਕਰੀ ਤਾਂ ਐਵੀਏਟਰ ਦੀ ਜਿਹੜੀ ਪੋਸਟ ਹੈ ਜਨਰਲ ਸੈਂਟਰਲ ਸਿਵਲ ਸਰਵਿਸ ਦੀ ਪੋਸਟ ਹੈ, ਗਰੁੱਪ A ਦੀ ਪੋਸਟ ਹੈ, ਗਜ਼ਟਡ ਪੋਸਟ ਹੈ ਜੀ, ਨਾਨ ਮਿਨਿਸਟਰੀਅਲ। ਤੇ ਪੇ ਸਕੇਲ ਹੈ ਜਿਹੜਾ ਇਹਦਾ 56,100 ਤੋਂ 1,77,500 ਤੱਕ ਹੈ ਜੀ। ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਦੀ ਜਿਹੜੀ ਭਰਤੀ ਹੈ ਗਰੁੱਪ B ਦੀ ਪੋਸਟ ਹੈ, ਨਾਨ ਗਜ਼ਟਡ ਹੈ, ਨਾਨ ਮਿਨਿਸਟਰੀਅਲ ਤੇ ਸੈਂਟਰਲ ਪੋਸਟ ਹੈ। ਤੇ ਇਹਦੇ ਵਿੱਚ 44,900 ਤੋਂ ਲੈ ਕੇ 1,42,400 ਤੱਕ ਦਾ ਇਹਦਾ ਪੇ ਸਕੇਲ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਜਿਹੜੇ ਹੋਰ ਅਲਾਉੈਂਸਸ ਨੇ, ਅਦਰ ਬੈਨੀਫਿਟਸ ਨੇ, ਜਿਵੇਂ DA ਮਿਲਣਾ, ਹਾਊਸ ਰੈਂਟ ਮਿਲਣਾ, ਟਰਾਂਸਪੋਰਟ ਅਲਾਉੈਂਸ ਮਿਲਣਾ, ਸਪੈਸ਼ਲ ਸਿਕਿਉਰਿਟੀ ਅਲਾਉੈਂਸ ਹੈ ਜੀ, ਚਿਲਡਰਨ ਐਜੂਕੇਸ਼ਨਲ ਅਲਾਉੈਂਸ ਹੈ, ਲੀਵ ਟਰੈਵਲ ਕੰਸੈਸ਼ਨ ਹੈ, ਮੈਡੀਕਲ ਫੈਸਿਲਿਟੀਜ਼ ਹੈ, ਸੈਂਟਰਲ ਗਵਰਨਮੈਂਟ ਇੰਪਲੋਈਜ਼ ਗਰੁੱਪ ਇੰਸ਼ੋਰੈਂਸ ਸਕੀਮ ਹੈ। ਤਾਂ ਉਹ ਸਾਰਾ ਕੁਝ ਤੁਹਾਨੂੰ ਸੈਂਟਰਲ ਗਵਰਨਮੈਂਟ ਦੇ ਇੰਪਲੋਈਜ਼ ਦੇ ਜੋ ਵੀ ਬੈਨੀਫਿਟਸ ਹੁੰਦੇ ਆ ਉਹ ਨਾਲ ਮਿਲਣੇ ਆ। ਉਸ ਤੋਂ ਬਾਅਦ ਜੀ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ, ਐਵੀਏਸ਼ਨ ਟੈਕਨੋਲੋਜੀ ਜਿਹੜੀ ਫੀਲਡ ਜਾਂ ਸਬਜੈਕਟ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ ਐਵੀਏਟਰ 2 ਦੀ ਪੋਸਟ ਦੇ ਲਈ। ਠੀਕ ਹੈ ਜੀ। ਤਾਂ ਐਵੀਏਸ਼ਨ ਟੈਕਨੋਲੋਜੀ ਤੁਹਾਡਾ ਸਬਜੈਕਟ ਜਾਂ ਫੀਲਡ ਹੋਵੇ। ਟੋਟਲ 22 ਪੋਸਟ ਹੈ, 11 ਜਨਰਲ ਹੈ, 2 EWS ਹੈ, 3 SC ਹੈ, 1 ST ਹੈ, 5 OBC ਹੈ। ਉਸ ਤੋਂ ਬਾਅਦ ਜੀ ਟੈਕਨੀਕਲ ਅਸਿਸਟੈਂਟ ਦੀ ਜਿਹੜੀ ਪੋਸਟ ਹੈ ਇਹਦੇ ਲਈ ਜਿਹੜੀ ਤੁਹਾਡੀ ਸਬਜੈਕਟ ਜਾਂ ਫੀਲਡ ਹੈ ਉਹ CSE ਹੋਣੀ ਚਾਹੀਦੀ ਹੈ, ਕੰਪਿਊਟਰ ਸਾਇੰਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਹੋਵੇ। ਤੇ ਉਸ ਤੋਂ ਬਾਅਦ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇਹਦੀਆਂ ਅਲੱਗ ਪੋਸਟਾਂ ਜੀ। ਤੇ ਕੰਪਿਊਟਰ ਸਾਇੰਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੇ ਲਈ 81 ਪੋਸਟਾਂ ਟੋਟਲ ਹੈ, 34 ਜਨਰਲ ਹੈ, 8 EWS ਹੈ, 12 SC ਹੈ, 5 ST ਹੈ ਤੇ 22 ਪੋਸਟਾਂ OBC ਦੀਆਂ। ਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਲਈ ਵੀ 79 ਪੋਸਟਾਂ ਹੈ, 33 ਜਨਰਲ ਹੈ, 8 EWS ਹੈ, 11 SC ਹੈ, 5 ST ਹੈ ਤੇ 22 OBC ਹੈ। ਤਾਂ ਉਸ ਤੋਂ ਬਾਅਦ ਦੋਸਤੋ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਐਵੀਏਟਰ ਦੀ ਪੋਸਟ ਦੇ ਲਈ ਸਬਜੈਕਟ ਫੀਲਡ ਫॉर ਐਵੀਏਸ਼ਨ ਟੈਕਨੋਲੋਜੀ, ਇਹਦੇ ਲਈ ਤੁਸੀਂ ਬੈਚਲਰ ਡਿਗਰੀ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ ਜਾਂ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਦੇ ਵਿੱਚ ਕੀਤੀ ਹੋਵੇ ਫਰੋਮ ਏ ਰੈਕਗਨਾਈਜ਼ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ। ਤੇ ਇਹ ਤੁਸੀਂ ਕੀਤੀ ਹੋਵੇ ਜਾਂ ਤਾਂ ਇਲੈਕਟ੍ਰੋਨਿਕਸ ਜਾਂ ਕਮਿਊਨੀਕੇਸ਼ਨ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਠੀਕ ਹੈ, ਜਾਂ ਟੈਲੀਕਮਿਊਨੀਕੇਸ਼ਨ ਜਾਂ ਅਪਲਾਈਡ ਇਲੈਕਟ੍ਰੋਨਿਕਸ ਐਂਡ ਇੰਸਟਰੂਮੈਂਟੇਸ਼ਨ, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ, ਕੰਪਿਊਟਰ ਸਾਇੰਸ, ਕੰਪਿਊਟਰਸ, IT, ਐਰੋਨੋਟੀਕਲ ਇੰਜੀਨੀਅਰਿੰਗ। ਠੀਕ ਹੈ। ਜਿੰਨੀਆਂ ਵੀ ਫੀਲਡਸ ਲਿਖੀਆਂ ਇਹਦੇ ਵਿੱਚ ਇਹਨਾਂ ਨੇ ਲਿਖਿਆ ਕੰਬੀਨੇਸ਼ਨ ਆਫ 2 ਔਰ ਮੋਰ ਆਫ ਅਬਵ ਫੀਲਡਸ। ਠੀਕ ਹੈ ਜੀ। ਤੇ ਜਾਂ ਤਾਂ ਤੁਹਾਡਾ ਕੰਬੀਨੇਸ਼ਨ ਹੋਵੇ 2 ਜਾਂ 2 ਤੋਂ ਵੱਧ ਅਬਵ ਫੀਲਡਸ ਦਾ। ਠੀਕ ਹੈ। ਪਾਸਡ ਸੈਕਸ਼ਨ A ਐਂਡ B ਐਗਜ਼ਾਮੀਨੇਸ਼ਨ ਕੰਡਕਟਡ ਬਾਈ ਇੰਸਟੀਟਿਊਟ ਆਫ ਇੰਜੀਨੀਅਰਸ। ਠੀਕ ਹੈ ਜੀ। ਜਾਂ ਤਾਂ ਅਬਵ ਕੁਆਲੀਫਿਕੇਸ਼ਨਸ ਤੋਂ ਇਲਾਵਾ ਤੁਸੀਂ ਸੈਕਸ਼ਨ A ਐਂਡ B ਐਗਜ਼ਾਮੀਨੇਸ਼ਨ ਜਿਹੜਾ ਪਾਸ ਕੀਤਾ ਹੋਵੇ, ਜਿਹੜਾ ਕਿ ਇੰਸਟੀਟਿਊਟ ਆਫ ਇੰਜੀਨੀਅਰਸ ਕੋਲਕਾਤਾ ਦੁਆਰਾ ਜਿਹੜਾ ਕੰਡਕਟ ਕੀਤਾ ਜਾਂਦਾ ਇਨ ਐਨੀ ਆਫ ਦਾ ਅਬਵ ਬ੍ਰਾਂਚ ਆਫ ਇੰਜੀਨੀਅਰਿੰਗ। ਠੀਕ ਹੈ ਜੀ। ਤਾਂ ਕਾਫੀ ਲੰਮੀ ਚੌੜੀ ਦੀ ਕੁਆਲੀਫਿਕੇਸ਼ਨ ਆ, ਤੁਸੀਂ ਦੇਖ ਲੈਣੀ ਆ। ਉਸ ਤੋਂ ਬਾਅਦ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਆ ਇਨ ਸਾਇੰਸ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਜਾਂ ਇਲੈਕਟ੍ਰੋਨਿਕਸ ਦੇ ਵਿੱਚ, ਜਾਂ ਜਿਹੜੀਆਂ ਵੀ ਵੱਖਰੀਆਂ ਫੀਲਡਸ ਦਿੱਤੀਆਂ ਜਿਵੇਂ ਮੈਥਮੈਟਿਕਸ ਹੋ ਗਿਆ, ਇਨਫੋਰਮੇਟਿਕਸ ਹੋ ਗਿਆ, ਫਿਜ਼ਿਕਸ ਹੋ ਗਿਆ, ਠੀਕ ਹੈ, ਤਾਂ ਵੀ ਤੁਸੀਂ ਐਲੀਜੀਬਲ ਹੋ। ਭਾਵ ਕਿ ਤੁਸੀਂ ਬੈਚਲਰ ਡਿਗਰੀ ਇਹਨਾਂ ਫੀਲਡਸ ਦੇ ਵਿੱਚ ਕੀਤੀ ਹੋਵੇ ਜਾਂ ਮਾਸਟਰ ਕੀਤੀ ਹੋਵੇ ਤਾਂ ਤੁਸੀਂ ਐਲੀਜੀਬਲ ਹੋ। ਦੈਨ ਜੇਕਰ ਤੁਸੀਂ NCC ਦਾ C ਸਰਟੀਫਿਕੇਟ ਹੈ ਤੁਹਾਡੇ ਕੋਲ 에ਅਰ ਵਿੰਗ ਦਾ, ਤਾਂ ਤੁਹਾਨੂੰ ਜਿਹੜਾ ਪ੍ਰੈਫਰ ਕੀਤਾ ਜਾਏਗਾ ਉਸ ਚੀਜ਼ ਦੇ ਲਈ। ਤੇ ਕੁਆਲੀਫਿਕੇਸ਼ਨ ਜੇ ਤੁਹਾਡੀ ਇਨ ਦਾ ਫੀਲਡ ਆਫ ਐਵੀਏਸ਼ਨ ਆਪਰੇਸ਼ਨਸ ਦੇ ਵਿੱਚ ਹੈ, ਜਾਂ ਐਰੋ ਮਾਡਲਿੰਗ ਦੇ ਵਿੱਚ ਹੈ, ਜਾਂ GIS ਰਿਲੇਟਡ ਸਬਜੈਕਟਸ ਦੇ ਵਿੱਚ ਹੈ, ਜਾਂ ਫਿਰ ਇਹਦੇ ਨਾਲ ਦੇ ਰਿਲੇਟਡ ਏਰੀਆਜ਼ ਦੇ ਵਿੱਚ ਹੈ, ਤਾਂ ਵੀ ਤੁਹਾਨੂੰ ਪ੍ਰੈਫਰ ਕੀਤਾ ਜਾਏਗਾ। ਏਜ ਲਿਮਿਟ ਆ ਜਿਹੜੀ ਮੈਕਸਿਮਮ 35 ਸਾਲ ਤੱਕ ਦੀ ਹੈ ਜੀ। ਰਿਲੈਕਸੇਬਲ ਹੈ ਗਵਰਨਮੈਂਟ ਇੰਪਲੋਈਜ਼ ਦੇ ਲਈ ਅਪ ਟੂ 5 ਇਅਰਸ। ਠੀਕ ਆ। ਉਸ ਤੋਂ ਬਾਅਦ ਫਿਜ਼ੀਕਲ ਜਿਹੜਾ ਇਹਦੇ ਵਿੱਚ ਫਿਜ਼ੀਕਲ ਸਟੈਂਡਰਡਸ ਹੈ ਉਹ ਹਾਈਟ 155 ਸੈਂਟੀਮੀਟਰ ਮੇਲ ਲਈ ਆ, 150 ਸੈਂਟੀਮੀਟਰ ਫੀਮੇਲ ਲਈ ਆ,
weight ਆ ਜਿਹੜਾ proportionate with height ਹੋਣਾ ਚਾਹੀਦਾ। eyesight ਜਿਹੜੀ ਤੁਹਾਡੀ 6/6 ਹੋਣੀ ਚਾਹੀਦੀ ਹੈ ਤੇ 6/9 ਹੋਣੀ ਚਾਹੀਦੀ ਹੈ without glasses, ਠੀਕ ਆ ਜੀ। ਤੇ ਉਸ ਤੋਂ ਬਾਅਦ ਜੀ no disorder of cognitive function, ਕੋਈ ਵੀ disorder ਨਹੀਂ ਹੋਣਾ ਚਾਹੀਦਾ ਤੁਹਾਡੇ 'ਚ। no orthopedic disability of lower limb, wrist and hand, no spinal disability, no color vision deficiency। ਤਾਂ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਉਸ ਤੋਂ ਬਾਅਦ ਜੀ ਜਿਹੜੀ ਟੈਕਨੀਕਲ ਅਸਿਸਟੈਂਟ ਦੀ ਪੋਸਟ ਆ, ਇਹ ਜਿਹੜੀ ਸਬਜੈਕਟ ਜਾਂ ਫੀਲਡ ਜੇ ਆਪਾਂ ਗੱਲ ਕਰੀਏ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਟੈਕਨੋਲੋਜੀ ਦੇ ਵਿੱਚ, ਤਾਂ ਤੁਸੀਂ ਬੈਚਲਰ ਡਿਗਰੀ ਕੀਤੀ ਹੋਵੇ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਦੇ ਵਿੱਚ। ਤੇ ਇਹ ਜੇ ਤੁਸੀਂ ਕੰਪਿਊਟਰ ਸਾਇੰਸ ਕੀਤੀ ਆ, ਕੰਪਿਊਟਰਸ ਦੇ ਵਿੱਚ ਕੀਤੀ ਆ, IT, ਡਾਟਾ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਇਨਫੋਰਮੇਸ਼ਨ ਸਾਇੰਸ, ਬਿਗ ਡਾਟਾ ਐਨਾਲਿਟਿਕਸ, ਸੌਫਟਵੇਅਰ ਇੰਜੀਨੀਅਰਿੰਗ, ਜੀਓ ਇਨਫੋਰਮੈਟਿਕਸ, ਠੀਕ ਆ। ਤਾਂ ਕਾਫੀ ਵੱਖਰੀਆਂ ਜਿਹੜੀਆਂ ਫੀਲਡਸ ਇਹਦੇ ਵਿੱਚ, ਠੀਕ ਆ। ਉਸ ਤੋਂ ਇਲਾਵਾ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਆ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ, ਭਾਵ ਕਿ MCA ਕੀਤੀ ਹੋਈ ਆ, ਜਾਂ ਫਿਰ ਮਾਸਟਰ ਡਿਗਰੀ ਕੀਤੀ ਆ ਸਟੈਟ ਦੇ ਵਿੱਚ ਜਾਂ ਫਿਰ ਮੈਥ ਦੇ ਵਿੱਚ ਕੀਤੀ ਆ, ਤਾਂ ਵੀ ਤੁਸੀਂ ਐਲੀਜੀਬਲ ਹੋ ਇਹਦੇ ਲਈ। ਉਸ ਤੋਂ ਬਾਅਦ ਜੇਕਰ ਤੁਸੀਂ ਮਾਸਟਰ ਡਿਗਰੀ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਆ, ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਕੀਤੀ ਆ, ਕੰਪਿਊਟਰ ਟੈਕਨੋਲੋਜੀ ਦੇ ਵਿੱਚ ਕੀਤੀ ਆ, ਡਾਟਾ ਸਾਇੰਸ ਵਗੈਰਾ 'ਚ, ਤਾਂ ਵੀ ਤੁਸੀਂ ਐਲੀਜੀਬਲ ਹੋ ਜੀ। ਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੀ ਲਈ ਗੱਲ ਕਰੀਏ ਤਾਂ ਬੈਚਲਰ ਡਿਗਰੀ ਤੁਸੀਂ ਕੀਤੀ ਹੋਵੇ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਦੇ ਵਿੱਚ, ਤੇ ਇਹ ਤੁਸੀਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਟੈਲੀਕਮਿਊਨੀਕੇਸ਼ਨ, ਠੀਕ ਆ। ਤਾਂ ਵੱਖਰੇ ਇਲੈਕਟ੍ਰੋਨਿਕਸ ਦਾ ਫੀਲਡਸ ਆ, ਇਹ ਤੁਸੀਂ ਦੇਖ ਲੈਣਾ। ਉਸ ਤੋਂ ਬਾਅਦ ਜੀ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਆ, MCA ਕੀਤੀ ਆ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ, ਤਾਂ ਵੀ ਤੁਸੀਂ ਐਲੀਜੀਬਲ ਹੋ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਫੀਲਡ ਦੇ ਲਈ, ਠੀਕ ਆ। ਜਾਂ ਮੈਥ ਦੇ ਵਿੱਚ ਕੀਤੀ ਆ ਜਾਂ ਸਟੈਟਿਸਟਿਕਸ ਦੇ ਵਿੱਚ ਕੀਤੀ ਆ। ਉਸ ਤੋਂ ਬਾਅਦ ਜੇਕਰ ਤੁਸੀਂ ਮਾਸਟਰ ਡਿਗਰੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਗੈਰਾ ਫੀਲਡਸ ਦੇ ਵਿੱਚ ਕੀਤੀ ਆ, ਤਾਂ ਵੀ ਐਲੀਜੀਬਲ ਹੋ। ਤੇ ਏਜ ਲਿਮਿਟ ਆ ਜਿਹੜੀ 30 ਸਾਲ ਤੱਕ ਦੀ ਮੈਕਸਿਮਮ ਏਜ ਲਿਮਿਟ ਆ। ਰਿਲੈਕਸੇਸ਼ਨ ਆ ਗਵਰਨਮੈਂਟ EMPLOYEES ਦੇ ਲਈ 5 ਸਾਲ ਤੱਕ ਦੀ। ਤੇ ਫਿਜ਼ੀਕਲ ਦੇ ਵਿੱਚ ਇਹਦੇ ਲਈ ਗੱਲ ਕਰੀਏ ਤਾਂ ਕੋਈ ਵੀ ਕਲਰ ਵਿਜ਼ਨ ਡੈਫੀਸ਼ੀਐਂਸੀ ਨਹੀਂ ਤੁਹਾਨੂੰ ਹੋਣੀ ਚਾਹੀਦੀ, ਠੀਕ ਆ। ਇਹਦੇ ਵਿੱਚ ਕੋਈ ਹਾਈਟ ਵਗੈਰਾ ਨਹੀਂ ਤੁਹਾਡੇ ਕੋਲ ਮੰਗੀ ਗਈ। ਤੇ ਮੈਡੀਕਲ ਸਟੈਂਡਰਡ ਜਿਹੜਾ ਕੈਂਡੀਡੇਟਸ ਦਾ ਉਹ ਹੋਣਾ ਚਾਹੀਦਾ ਸੈਂਟਰਲ ਗਵਰਨਮੈਂਟ ਦੀਆਂ ਜੋ ਵੀ ਗਾਈਡਲਾਈਨਸ ਨੇ ਗਰੁੱਪ B ਪੋਸਟਾਂ ਦੇ ਲਈ, ਉਹਦੇ ਅਕੋਰਡਿੰਗ ਤੁਹਾਡਾ ਹੋਣਾ ਚਾਹੀਦਾ। ਅੱਛਾ ਜੀ, ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਜਿਹੜੇ ਕੈਂਡੀਡੇਟਸ ਕੋਲ ਇੰਟੀਗ੍ਰੇਟਡ ਪੋਸਟ ਗ੍ਰੈਜੂਏਸ਼ਨ ਡਿਗਰੀ ਆ ਇੰਜੀਨੀਅਰਿੰਗ ਟੈਕਨੋਲੋਜੀ ਜਾਂ ਸਾਇੰਸ ਦੇ ਵਿੱਚ, ਠੀਕ ਆ, ਰੈਕਗਨਾਈਜ਼ ਯੂਨੀਵਰਸਿਟੀ ਤੋਂ ਉਹਨਾਂ ਨੇ ਕੀਤੀ ਹੋਈ ਆ, ਉਹ ਵੀ ਅਪਲਾਈ ਕਰ ਸਕਦੇ ਆ। ਜਿਨ੍ਹਾਂ ਕੋਲ ਇੰਟੀਗ੍ਰੇਟਡ ਡਿਗਰੀ ਆ ਉਹ ਕੈਂਡੀਡੇਟ ਵੀ ਐਲੀਜੀਬਲ ਆ, ਅਪਲਾਈ ਕਰ ਸਕਦੇ ਆ। ਦਾ ਸ਼ੁੱਡ ਚੂਜ਼ ਸੱਚ ਰੈਲੀਵੈਂਟ ਸਬਜੈਕਟ ਫੀਲਡ ਅਗੇਂਸਟ ਅਸੈਂਸ਼ੀਅਲ ਕੁਆਲੀਫਿਕੇਸ਼ਨ ਡਿਊਰਿੰਗ ਆਨਲਾਈਨ ਐਪਲੀਕੇਸ਼ਨ ਰਜਿਸਟ੍ਰੇਸ਼ਨ। ਤਾਂ ਉਹ ਆਪਣੀ ਫੀਲਡ ਦੇ ਅਕੋਰਡਿੰਗ ਹੀ ਚੂਜ਼ ਕਰਨ ਜਿੱਦੇ 'ਚ ਵੀ ਉਹ ਅਪਲਾਈ ਕਰਨਾ ਚਾਹੁੰਦੇ ਆ, ਠੀਕ ਆ ਜੀ। ਤੇ ਉਸ ਤੋਂ ਬਾਅਦ ਜੀ ਅਪਰ ਏਜ ਲਿਮਿਟ ਜੀ ਜਿਹਦੀ ਰਿਲੈਕਸੇਸ਼ਨ SC ST BC PWD ਦੇ ਲਈ ਹੈ, ਉਹ ਐਜ਼ ਪਰ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਜੋ ਵੀ ਰਿਲੈਕਸੇਸ਼ਨ ਹੁੰਦੀ ਆ ਉਹਦੇ ਅਕੋਰਡਿੰਗ ਹੀ ਉਹ ਰੱਖੀ ਗਈ ਆ। ਤੇ ਇਹ ਅਪਲਾਈ ਹੋਣਾ ਜੀ ਇਹਨਾਂ ਦੀ ਵੈਬਸਾਈਟ ਦਿੱਤੀ ਹੈ ਇੱਥੇ, ਠੀਕ ਆ। ਇਹਦਾ ਮੈਂ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਦੇ ਦਿੰਦਾ, ਉੱਥੋਂ ਜਾ ਕੇ ਤੁਸੀਂ ਇਹਨੂੰ ਚੈੱਕ ਕਰ ਲੈਣਾ। ਇਸ ਤੋਂ ਇਲਾਵਾ ਟੈਲੀਗ੍ਰਾਮ ਚੈਨਲ ਤੇ ਵੀ ਲਿੰਕ ਮਿਲ ਜਾਏਗਾ। ਇੰਪੋਰਟੈਂਟ ਡੇਟਸ ਮੈਂ ਤੁਹਾਨੂੰ ਨੋਟ ਕਰਵਾ ਦਿੱਤੀਆਂ ਨੇ। ਟੈਂਟੇਟਿਵ ਡੇਟ ਜਿਹੜੀ ਰੱਖੀ ਗਈ ਆ ਸਟੇਜ 1 ਰਿਟਨ ਐਗਜ਼ਾਮੀਨੇਸ਼ਨ ਦੇ ਲਈ, ਉਹ 5 ਮਾਰਚ 2023 ਰੱਖੀ ਗਈ ਹੈ ਜੀ, ਨੋਟ ਕਰ ਲਓ, ਠੀਕ ਆ। ਤੇ ਉਸ ਤੋਂ ਬਾਅਦ ਅੱਗੇ ਫੀਸ ਦੀ ਗੱਲ ਕਰੀਏ, ਜਨਰਲ ਕੈਟੇਗਰੀ ਦੇ ਲਈ ਜਿਹੜੀ 500 ਰੁਪਏ ਫੀਸ ਹੈ ਜੀ। ਤੇ ਉਸ ਤੋਂ ਇਲਾਵਾ SC ST PWD ਤੇ ਜਿੰਨੀਆਂ ਵੀ ਵੂਮਨ ਕੈਂਡੀਡੇਟਸ ਆ, ਚਾਹੇ ਉਹ ਕਿਸੇ ਵੀ ਕੈਟੇਗਰੀ ਦੀਆਂ, ਤਾਂ ਉਹਨਾਂ ਦੇ ਲਈ ਕੋਈ ਵੀ ਫੀਸ ਨਹੀਂ ਆ, ਫ੍ਰੀ ਆਫ ਕਾਸਟ ਉਹ ਅਪਲਾਈ ਕਰ ਸਕਦੇ ਆ। ਤੇ ਟੈਕਨੀਕਲ ਅਸਿਸਟੈਂਟ ਦੀ ਸਟੇਜ 1 ਰਿਟਨ ਐਗਜ਼ਾਮ ਦੀ ਗੱਲ ਕਰੀਏ, ਜਿਹੜਾ ਕਿ OMR ਬੇਸਡ ਹੋਣਾ ਹੈ, ਇਹਦੇ 'ਚ 100 ਕੁਐਸਚਨ ਆਉਣਾ ਟੈਕਨੀਕਲ ਅਸਿਸਟੈਂਟ ਦੇ ਵਿੱਚ, ਠੀਕ ਹੈ ਜੀ। 80 ਕੁਐਸਚਨ ਜਿਹੜੇ ਤੁਹਾਨੂੰ ਕੰਪਿਊਟਰ ਫੀਲਡ ਦੇ ਵਿੱਚੋਂ ਜਾਂ ਜਿਹੜੇ ਵੀ ਤੁਹਾਡੀ ਸਬਜੈਕਟ ਫੀਲਡ ਆ ਉਹਦੇ 'ਚੋਂ ਆਉਣੇ ਆ। 20 ਕੁਐਸਚਨ ਤੁਹਾਨੂੰ ਮੈਂਟਲ ਐਬਿਲਿਟੀ ਰੀਜ਼ਨਿੰਗ 'ਚੋਂ ਆਉਣੇ ਆ। ਤੇ ਮੈਕਸਿਮਮ ਮਾਰਕਸ ਇਹਦੇ 200 ਹੈ ਜੀ, 2 ਮਾਰਕਸ ਦਾ ਈਚ ਕੁਐਸਚਨ ਹੈ। ਡਿਊਰੇਸ਼ਨ ਜਿਹੜੀ ਇਹਦੀ ਰੱਖੀ ਗਈ ਆ 2.5 ਆਵਰਸ ਰੱਖੀ ਗਈ ਆ, ਠੀਕ ਆ ਜੀ, ਭਾਵ ਕਿ 2.5 ਘੰਟੇ ਦਾ ਸਮਾਂ ਜਿਹੜਾ ਰੱਖਿਆ ਗਿਆ, 150 ਮਿੰਟ ਦਾ ਸਮਾਂ ਤੁਹਾਨੂੰ ਦਿੱਤਾ ਜਾਏਗਾ 100 ਕੁਐਸਚਨ ਅਟੈਂਪਟ ਕਰਨ ਦੇ ਲਈ। ਉਸ ਤੋਂ ਬਾਅਦ ਜੀ ਐਵੀਏਟਰ 2 ਜਿਹੜੀ ਪੋਸਟ ਹੈ, ਇਹਦੇ ਲਈ ਵੀ 100 ਕੁਐਸਚਨ ਆਉਣਾ, 200 ਮਾਰਕਸ ਦਾ। ਇਹਦੇ ਲਈ ਵੀ ਸੇਮ ਟਾਈਮਿੰਗ ਆ 150 ਮਿੰਟਸ ਦੀ। ਤੇ ਦੇਅਰ ਵਿਲ ਬੀ ਨੈਗੇਟਿਵ ਮਾਰਕਿੰਗ ਇਹਦੇ 'ਚ ਰੱਖੀ ਗਈ ਹੈ ਜੀ, 0.5 ਮਾਰਕ ਫॉर ਈਚ ਰੋਂਗ ਆਨਸਰ, ਠੀਕ ਆ ਜੀ, ਕਿਉਂਕਿ ਜਿਹੜਾ ਇੱਕ ਕੁਐਸਚਨ ਆ ਉਹ 2 ਮਾਰਕਸ ਦਾ, ਤਾਂ ਕਰਕੇ 0.5 ਦੀ ਜਿਹੜੀ ਨੈਗੇਟਿਵ ਮਾਰਕਿੰਗ ਰੱਖੀ ਹੈ। ਵੈਸੇ ਓਵਰਆਲ 0.25 ਵਾਲਾ ਹੀ ਜਿਹੜਾ ਮੈਥਡ ਰੱਖਿਆ ਗਿਆ। ਤੇ ਸਟੇਜ 1 ਜਿਹੜਾ ਹੈਗਾ ਜੀ, ਬੋਥ ਪੋਸਟਸ ਵਿਲ ਬੀ ਕੰਡਕਟਡ ਔਨ ਦਾ ਸੇਮ ਡੇ ਐਜ਼ ਪਰ ਦਾ ਸ਼ਿਫਟ ਮੈਂਸ਼ਨਡ ਅਬਵ। ਤਾਂ ਸੇਮ ਡੇ ਹੀ ਕੰਡਕਟ ਕੀਤਾ ਜਾਏਗਾ ਪੇਪਰ, ਸਟੇਜ 1 ਦਾ ਜਿਹੜਾ ਪੇਪਰ ਹੈ। ਤੇ ਉਸ ਤੋਂ ਬਾਅਦ ਜੀ ਇਹ ਜਿਹੜਾ ਤੁਹਾਡਾ ਪੇਪਰ ਹੋਣਾ ਇਹ OMR ਬੇਸਡ ਹੋਣਾ, ਇਹ ਵੀ ਨੋਟ ਕਰੋ। ਆਫਲਾਈਨ ਪੇਪਰ ਹੋਣਾ, ਪੈਨ ਪੇਪਰ ਬੇਸਡ ਹੁੰਦਾ ਜਿਹੜਾ। ਤੇ
ਉਸ ਤੋਂ ਬਾਅਦ ਜੀ ਇੰਟਰਵਿਊ ਰੱਖੀ ਗਈ ਹੈ ਜੀ, ਇਹਦੇ ਵਿੱਚ ਸਟੇਜ 2 ਦੇ ਵਿੱਚ ਜਿਹੜੇ ਸਟੇਜ 1 ਚੋਂ ਕੁਆਲੀਫਾਈ ਕਰ ਜਾਣਗੇ ਸਟੇਜ 2 ਦੇ ਵਿੱਚ ਪਹੁੰਚਣਗੇ। ਦ ਕੈਂਡੀਡੇਟਸ ਹੂ ਆਰ ਸ਼ਾਰਟ ਲਿਸਟਡ ਔਨ ਦ ਬੇਸਿਸ ਆਫ देयर ਪਰਫਾਰਮੈਂਸ ਇਨ ਸਟੇਜ 1 ਸ਼ੈਲ ਓਨਲੀ ਬੀ ਕਾਲਡ ਫॉर ਸਟੇਜ 2। ਠੀਕ ਆ ਜੀ। ਦ ਇੰਟਰਵਿਊ ਵਿਲ ਬੀ ਕੰਡਕਟਡ ਐਟ ਨਿਊ ਦਿੱਲੀ ਓਨਲੀ। ਤਾਂ ਨਿਊ ਦਿੱਲੀ ਦੇ ਵਿੱਚ ਇੰਟਰਵਿਊ ਜਿਹੜੀ ਇਹਦੀ ਹੋਏਗੀ। ਟੈਕਨੀਕਲ ਅਸਿਸਟੈਂਟ ਦਾ ਇੰਟਰਵਿਊ ਦੇ 50 ਮਾਰਕਸ ਹੈ ਜੀ। ਐਵੀਏਟਰ ਦੇ ਵੀ ਇੰਟਰਵਿਊ ਦੇ 50 ਮਾਰਕਸ ਰੱਖੇ ਗਏ ਆ। ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰੀਏ, ਮਿਨੀਮਮ ਕੁਆਲੀਫਾਈਂਗ ਮਾਰਕਸ ਆ ਜਿਹੜੇ 40% ਰੱਖੇ ਗਏ ਆ। ਠੀਕ ਆ ਜੀ। ਜਨਰਲ ਕੈਟੇਗਰੀ ਦੇ ਲਈ 35% OBC WS ਲਈ ਤੇ 30% ਅਦਰ ਕੈਟੇਗਰੀਜ਼ ਦੇ ਲਈ। ਤੇ ਉਸ ਤੋਂ ਬਾਅਦ ਜੀ ਜਿਹੜੇ ਵੀ ਕੈਂਡੀਡੇਟ ਸ਼ਾਰਟਲਿਸਟ ਕੀਤੇ ਜਾਣਗੇ ਇੰਟਰਵਿਊ ਦੇ ਲਈ 1/3 ਦੀ ਰੇਸ਼ੋ ਦੇ ਵਿੱਚ ਬੁਲਾਏ ਜਾਣਗੇ। ਠੀਕ ਆ ਜੀ। ਇੱਕ ਪੋਸਟ ਦੇ ਲਈ 3 ਕੈਂਡੀਡੇਟ, ਤਾਂ ਇਸ ਹਿਸਾਬ ਨਾਲ ਇੰਟਰਵਿਊ ਦੇ ਲਈ ਉਹ ਬੁਲਾਏ ਜਾਣਗੇ। ਤੇ ਇਹ ਮੈਂ ਤੁਹਾਨੂੰ ਸਾਰਾ ਮੇਰੇ ਖਿਆਲ ਮੈਂ ਦੱਸ ਹੀ ਦਿੱਤਾ, ਜਿੰਨਾ ਵੀ ਇਹਦੇ ਵਿੱਚ ਮੇਨ ਇਨਫੋਰਮੇਸ਼ਨ ਸੀ। ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ। ਤੇ ਜਿਹੜੇ ਇਹਦੇ ਐਗਜ਼ਾਮ ਸੈਂਟਰ ਆ ਪੰਜਾਬ ਵਾਲਿਆਂ ਦੇ ਲਈ, ਐਗਜ਼ਾਮ ਸੈਂਟਰ ਜਿਹੜਾ ਪੈਣਾ ਉਹ ਚੰਡੀਗੜ੍ਹ ਪੈਣਾ ਜੀ ਨੇੜੇ। ਠੀਕ ਆ। ਹਰ ਸਟੇਟ ਦਾ ਜਿਹੜਾ ਐਗਜ਼ਾਮ ਸੈਂਟਰ ਇੱਥੇ ਦਿੱਤਾ ਗਿਆ ਕਿ ਕਿਹੜੀ ਸਟੇਟ ਦਾ ਐਗਜ਼ਾਮ ਸੈਂਟਰ ਕਿਹੜਾ ਹੋਣਾ। ਠੀਕ ਆ। ਤੋ ਇਹ ਆਪਣਾ ਤੁਸੀਂ ਚੈੱਕ ਕਰ ਲੈਣਾ। ਤੇ ਬਾਕੀ ਅਪਡੇਟਸ ਸੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।